ਧੰਨ ਗੁਰੂ ਨਾਨਕ ਪਾਤਸ਼ਾਹ ਮਿਹਰ ਕਰਿਓ, ਦਇਆ ਕਰਿਓ, ਤੰਦਰੁਸਤੀ ਬਖਸ਼ਿਓ। ਬਾਬਾ ਜੀ ਤੁਹਾਡੇ ਗੁਣ ਗਾਉਣਾ ਚਾਹੁੰਦਾ ਦਾਤਾ। ਮੈਨੂੰ ਕੋਈ ਬੁੱਧੀ ਨਹੀਂ, ਮੈਨੂੰ ਕੋਈ ਅਕਲ ਨਹੀਂ, ਮੈਨੂੰ ਕੋਈ ਸਮੱਤ ਨਹੀਂ। ਕਿਰਪਾ ਕਰਿਓ, ਦਇਆ ਕਰਿਓ, ਮਿਹਰ ਕਰਿਓ, ਮੈਨੂੰ ਸਮੱਤ ਬਖਸ਼ਿਓ ਤਾਂ ਕਿ ਮੈਂ ਤੁਹਾਡੇ ਗੁਣ ਗਾ ਸਕਾਂ। ਹੇ ਗਰੀਬ ਨਵਾਜ, ਤੇਰੇ ਗੁਣਾਂ ਨੂੰ ਬੜੇ ਬੜੇ ਦੇਵਤੇ, ਰਿਸ਼ੀ ਮੁਨੀ, ਗਣ ਗੰਧਰਵ ਗਾ ਰਹੇ ਆ, ਮਗਰ ਤੇਰੀ ਉਪਮਾ ਦਾ ਅੱਜ ਤੱਕ ਕਿਸੇ ਨੇ ਅੰਤ ਨਹੀਂ ਪਾਇਆ। ਤੂੰ ਬੇਅੰਤ ਹੈ, ਤੂੰ ਅੰਤ ਤੋਂ ਰਹਿਤ ਹੈ। ਗੁਣ ਗਾਵੇ ਰਵਿਦਾਸ ਭਗਤ ਜੈ ਦੇਵ ਤਰਲੋਚਨ। ਐ ਗੁਰੂ ਨਾਨਕ ਪਾਤਸ਼ਾਹ, ਗੁਰੂ ਨਾਨਕ ਪਾਤਸ਼ਾਹ ਨੇ 10 ਜਾਮੇ ਧਾਰ ਕੇ ਦੁਖੀਆਂ ਦੇ ਦੁੱਖ ਦੂਰ ਕੀਤੇ, ਪਾਪੀਆਂ ਨੂੰ ਤਾਰਿਆ, ਨਿਕੰਮਿਆਂ ਨੂੰ ਵੀ ਗਲ ਨਾਲ ਲਾ ਲਿਆ। ਜਿਸ ਵੇਲੇ ਉਹ ਗੁਰੂ ਦੀ ਸ਼ਰਨ ਵਿੱਚ ਆ ਗਏ ਤੇ ਬਾਬਾ ਜੀ ਨੇ ਉਹਨਾਂ ਨੂੰ ਵੀ ਗਲ ਨਾਲ ਲਾ ਲਿਆ। ਭੱਟ ਸਾਹਿਬਾਨ ਗੁਰਬਾਣੀ ਵਿੱਚ ਫਰਮਾ ਰਹੇ ਨੇ ਕਿ ਐ ਦਾਤਾ, ਐ ਨਿਰੰਕਾਰ, ਐ ਗੁਰੂ ਅਰਜਨ, ਗੁਰੂ ਨਾਨਕ ਦੀ ਪੰਜਵੀਂ ਜੋਤ, ਤੇਰੇ ਗੁਣਾਂ ਨੂੰ ਸਾਰੇ ਗਾ ਰਹੇ ਆ। ਗੁਣ ਗਾਵੇ ਰਵਿਦਾਸ ਭਗਤ ਜੈ ਦੇਵ ਤਰਲੋਚਨ। ਭਗਤ ਜੈ ਦੇਵ, ਭਗਤ ਤਰਲੋਚਨ, ਭਗਤ ਰਵਿਦਾਸ ਜੀ ਸਾਰੇ ਤੇਰੇ ਗੁਣਾਂ ਨੂੰ ਗਾ ਰਹੇ ਆ, ਮਗਰ ਅੱਜ ਤੱਕ ਤੇਰੇ ਗੁਣਾਂ ਦਾ ਅੰਤ ਕਿਸੇ ਨੇ ਨਹੀਂ ਲਿਆ। ਤੂੰ ਬੇਅੰਤ ਹੈ, ਅੰਤ ਤੋਂ ਰਹਿਤ ਹੈ। ਨਾਮਾ ਭਗਤ ਕਬੀਰ ਸਦਾ ਗਾਵਹਿ ਸਮਲੋਚਨ। ਨਾਮਾ ਭਗਤ ਨਾਮਦੇਵ ਜੀ, ਕਬੀਰ ਭਗਤ ਕਬੀਰ ਜੀ ਸਾਰੇ ਹੀ ਤੇਰੇ ਗੁਣਾਂ ਨੂੰ ਗਾ ਰਹੇ ਆ, ਮਗਰ ਤੇਰੇ ਗੁਣਾਂ ਦਾ ਅੱਜ ਤੱਕ ਕਿਸੇ ਨੇ ਅੰਤ ਨਹੀਂ ਪਾਇਆ। ਤੂੰ ਬੇਅੰਤ ਆ, ਬੇਅੰਤ ਆ, ਅੰਤ ਤੋਂ ਰਹਿਤ ਆ। ਸਤਯੁਗ ਦੇ ਵਿੱਚ ਧਰੋਂ ਭਗਤ ਨੇ ਵੀ ਤੇਰੇ ਗੁਣਾਂ ਨੂੰ ਗਾਇਆ, ਪ੍ਰਹਲਾਦ ਨੇ ਵੀ ਤੇਰੇ ਗੁਣਾਂ ਨੂੰ ਗਾਇਆ, ਰਾਜੇ ਅੰਬਰੀਕ ਨੇ, ਬੇਅੰਤ ਭਗਤਾਂ ਨੇ ਤੈਨੂੰ ਯਾਦ ਕੀਤਾ, ਤੇਰੇ ਗੁਣਾਂ ਨੂੰ ਗਾਇਆ, ਮਗਰ ਤੇਰੇ ਗੁਣ ਬੇਅੰਤ ਹਨ। ਸ਼ੇਸ਼ ਨਾਗ ਹਰ ਜੀਭਾ ਦੇ ਨਾਲ ਤੇਰੇ ਗੁਣ ਗਾ ਰਿਹਾ, ਜਿਸ ਦੀ 1000 ਜੀਭ ਹੈ। ਗੁਰੂ ਕਲਗੀਧਰ ਪਿਤਾ ਦਸਮ ਗ੍ਰੰਥ ਵਿੱਚ ਲਿਖਦੇ ਹਨ ਕਿ ਉਹ ਸ਼ੇਸ਼ ਨਾਗ 1000 ਜੀਭ ਵਾਲਾ ਤੇਰੇ ਗੁਣਾਂ ਨੂੰ ਗਾ ਰਿਹਾ ਹੈ, ਮਗਰ ਤੇਰੇ ਗੁਣਾਂ ਨੂੰ ਗਾ ਗਾ ਕੇ ਅੰਤ ਉਸਨੇ ਵੀ ਨਹੀਂ ਪਾਇਆ। ਹਰ ਸਵਾਸ ਨਾਲ, ਹਰ ਜੀਵ ਨਾਲ, ਹਰ ਵੇਲੇ ਨਵਾਂ ਨਾਮ ਲੈਂਦਾ ਹੈ। ਨਿਰੰਕਾਰ ਤੇਰਾ ਨਵਾਂ ਨਾਮ ਲੈਂਦਾ, ਮਗਰ ਤੇਰੇ ਨਾਮ ਉਹ ਮੁਕਾ ਨਹੀਂ ਸਕਿਆ। ਗਾਈ ਜਾਂਦਾ ਜਦ ਦੀ ਸ੍ਰਿਸ਼ਟੀ ਬਣੀ ਆ। ਇਸ ਕਰਕੇ ਹੇ ਗੁਰੂ ਨਾਨਕ ਪਾਤਸ਼ਾਹ, ਹੇ ਕਲਗੀਧਰ ਪਿਤਾ, ਮੇਰੇ ਤੇ ਮਿਹਰ ਕਰਨੀ, ਮੈਨੂੰ ਆਪਣੇ ਗੁਣ ਗਾਉਣੇ ਦਾ ਬਲ ਬਖਸ਼ਣਾ, ਕਿਰਪਾ ਕਰਨੀ। ਬਾਬੀਹਾ ਅੰਮ੍ਰਿਤ ਵੇਲੇ ਬੋਲਿਆ। ਬਾਬੀਹਾ ਇੱਕ ਜਾਨਵਰ ਹੈ, ਜਿਸ ਦੇ ਗੁਰਮੁਖੋ ਇਸ ਜਗ੍ਹਾ ਗਲ ਦੇ ਵਿੱਚ ਛੇਕ ਹੁੰਦਾ। ਕੁਦਰਤ ਨੇ ਉਹ ਜਾਤੀ ਇਸ ਤਰ੍ਹਾਂ ਦੀ ਬਣਾਈ ਆ, ਬਾਬੀਹੇ ਦੀ ਜੂਨ ਇਸ ਤਰ੍ਹਾਂ ਦੀ ਬਣਾਈ ਆ ਕਿ ਉਹ ਜਿਸ ਵੇਲੇ ਆਪਣੇ ਮੂੰਹ ਦੇ ਨਾਲ ਪਾਣੀ ਪੀਂਦਾ ਤਾਂ ਪੀਣ ਦੇ ਨਾਲ ਉਹਦੇ ਜਿਸ ਵੇਲੇ ਗਲੇ ਚੋਂ ਜਾਣ ਲੱਗਦਾ ਤਾਂ ਇਸ ਛੇਕ ਦੇ ਰਸਤੇ ਉਹ ਪਾਣੀ ਥੱਲੇ ਡਿੱਗ ਪੈਂਦਾ। ਬੜਾ ਦੁਖੀ ਹੁੰਦਾ, ਬੜਾ ਵਿਆਕੁਲ ਹੁੰਦਾ, ਬੜਾ ਤੜਫਦਾ ਆ। ਪਿਆਸ ਉਸ ਨੂੰ ਲੱਗਦੀ ਆ, ਮਗਰ ਪਿਆਸ ਉਸ ਦੀ ਬੁਝਦੀ ਨਹੀਂ। ਕਿਉਂ? ਕਿਉਂਕਿ ਉਸ ਦੇ ਪੇਟ ਵਿੱਚ ਤਾਂ ਪਾਣੀ ਜਾਂਦਾ ਹੀ ਨਹੀਂ। ਜੇ ਪੇਟ ਵਿੱਚ ਪਾਣੀ ਜਾਊਗਾ, ਪਿਆਸ ਤਾਂ ਬੁਝੇਗੀ। ਉਸ ਬਬੀਹੇ ਨੇ ਫਿਰ ਕੀ ਕੀਤਾ? ਉਸ ਨਿਰੰਕਾਰ ਦੇ ਚਰਨਾਂ ਵਿੱਚ ਪੁਕਾਰ ਕੀਤੀ। ਪੁਕਾਰ ਕਰਨੇ ਦਾ ਸਮਾਂ ਉਹਨੇ ਮੁਕਰਰ ਕੀਤਾ, ਰਾਤ ਦਾ ਪਹਿਲਾ ਪਹਿਰ। ਗੁਰਮੁਖੋ ਰਾਤ, ਜਿਸ ਵੇਲੇ ਰਾਤ ਦੇ 12 ਵੱਜਦੇ ਆ, 12 ਵਜੇ ਤਰੀਕ ਬਦਲਦੀ ਆ, ਉਸ ਵਕਤ ਨਵੇਂ ਦਿਨ ਦੀ ਸ਼ੁਰੂਆਤ ਹੁੰਦੀ ਆ, ਮਗਰ ਹੁੰਦੀ ਰਾਤ ਤੋਂ ਆ। ਉਸ ਰਾਤ ਦੇ ਪਹਿਲੇ ਪਹਿਰ ਨੂੰ ਚੁਣਿਆ ਉਸਨੇ। ਦਿਨ ਤੇ ਰਾਤ ਵਿੱਚ 8 ਪਹਿਰ ਹੁੰਦੇ ਹਨ। ਇੱਕ ਪਹਿਰ ਵਿੱਚ 8 ਘੜੀਆਂ, 64 ਘੜੀਆਂ ਦਿਨ ਰਾਤ ਦੇ ਵਿੱਚ ਹੁੰਦੀਆਂ ਨੇ। 64 ਘੜੀ दिन रात की, 60 घड़ी करो कार, 4 घड़ी साध संगत करो, 9 निध उतरो पार।
चार घड़ियां गुरु की संगत कर ला, गुरु का यश गा ला, हरि का सिमरन कर ला, तो तेरा पार उतारा हो जाऊ। गुरमुखो बाबीहे ने उही समा उस प्रभु दे अगे पुकार करने वास्ते चुनिया। वाणी का प्रमाण है, बाबीहा अमृत वेले बोलिया तां दर सुनी पुकार। अमृत वेला, अमृत वेला किहड़ा है? सब तो पहला पहर, ਜਦੋਂ ਤਰੀਕ ਬਦਲਦੀ ਆ, ਦਿਨ ਦੀ ਨਵੇਂ ਦੀ ਸ਼ੁਰੂਆਤ ਹੁੰਦੀ ਰਾਤ ਤੋਂ ਆ, ਉਸ ਦਾ ਪਹਿਲਾ ਪਹਿਰ 12 ਵਜੇ ਤੋਂ ਲੈ ਕੇ 3 ਵਜੇ ਦਾ ਸਮਾਂ ਆ। ਉਹ 3 ਘੰਟੇ ਦਾ ਸਮਾਂ ਪਹਿਲਾ ਪਹਿਰ ਹੈ। ਉਸ ਪਹਿਲੇ ਪਹਿਰ ਦਾ ਸਭ ਤੋਂ ਉੱਤਮ ਸਮਾਂ 2 ਵਜੇ ਦਾ ਗਿਣਿਆ ਸਾਧੂਆਂ ਨੇ, ਗੁਰਮੁਖਾਂ ਨੇ, ਭਗਵਾਨ ਦੇ ਪਿਆਰਿਆਂ ਨੇ। ਉਸ ਸਮੇਂ ਉਹ ਉੱਠਦੇ ਆ, ਉੱਠ ਕੇ ਉਹਨਾਂ ਨੇ ਆਪਣਾ ਮਲ ਮੂਤਰ ਤਿਆਗ ਕੇ ਇਸ਼ਨਾਨ ਕਰਨਾ, ਸਰੀਰ ਨੂੰ ਸੁੱਚਾ ਕਰਨਾ, ਸੁੱਚਾ ਕਰਨ ਤੇ ਬਾਅਦ ਪ੍ਰਭੂ ਦੀ ਯਾਦ ਵਿੱਚ ਸਮਾਂ ਬਤੀਤ ਕਰਨਾ, ਆਪਣਾ ਨਿਤਨੇਮ ਕਰਨਾ। ਬਾਬੀਹੇ ਨੇ ਵੀ ਉਹੀ ਸਮਾਂ ਭਗਵਾਨ ਦੇ ਅੱਗੇ ਪੁਕਾਰ ਕਰਨ ਵਾਸਤੇ ਚੁਣਿਆ ਕਿ ਐ ਕਰਤਾਰ ਐ ਦਾਤਾ, ਮੇਰੇ ਤੇ ਮਿਹਰ ਕਰ, ਦਇਆ ਕਰ, ਮੇਰੀ ਬਰਸਾਂ ਦੀ ਪਿਆਸ ਬੁਝਾ ਦੇ। ਜਦੋਂ ਦਾ ਮੇਰਾ ਜਨਮ ਹੋਇਆ, ਜਦੋਂ ਦੀ ਮੈਂ ਸੁਰਤ ਸੰਭਾਲੀ ਆ, मगर मेरे नसीब विच पानी नहीं होया, किरपा कर मेरे ते। जिस वेले उस दी पुकार उस समय दी कीती हुई एक दिन करतार दे दरबार विच प्रवान हो गई, तां करतार ने हुक्म दिता इंद्रदेव नूं वारिश करने दा। वारिश कर। वारिश जिस वेले वो कर रहा तां बाबीहा इस तरह उपर नूं मूँह अड्ड के उस पानी नूं अपने मूँह दे विच पवाने लई तैयार हो गया कि ये मैं उपर नूं मूँह अड्ड के बैठा, मेरे मूँह दे विच पानी पवे, वो गले दे छेक तो पिछे तो हुंदा होया मेरे पेट विच चलिया जावे, तां मेरी बरसां दी प्यास बुझ जाऊ। उस समय जिस समय उसकी पुकार की, करतार दे दरबार अगे प्रवान हो गई गुरु दे चरनां विच, प्रभु दे चरनां विच, गुरु नानक दे चरनां विच। तां गुरु नानक साहब ने फिर हुक्म देवतियां नूं कीता वरखा दे वास्ते। तां ओह समां जिहड़ा वरखा दा चुनिया, उस समय सवंती नक्षत्र सी। गुरमुखो ज्योतिष वाले जानते आ कि नक्षत्रां की गिणती 27 हुंदी आ। उन्हां दे विचों जिस वेले वो सवंती नक्षत्र हुंदा, उस समय वो बारिश होई। बाबीहा उपर नूं मूँह अड्ड के उस पानी की बूंद नूं अपने अंदर पाउण लई मूँह अड्ड के खड़ा हो गया। तां उस दे मूँह दे विच जिस वेले वो पानी की बूंद, वरखा की बूंद गई, तां उसकी बरसां की प्यास बुझ गई, उसनूं तृप्ति आ गई, शांति आ गई। बाबीहे की प्यास बुझ गई। बाबीहे नूं गुरु ग्रंथ साहब दे विच चातरक भी लिखिया। भगत सदना जी का शब्द है, एक बूंद जल कारण चातरिक दुख पावै। एक बूंद पानी दी वास्ते वो चातरिक बाबीहा बड़ा दुखी हुंदा कि मैनू वो मिल जावे, मैं पी लवां, मेरी प्यास बुझ जावे। मगर जिन्नी देर उसकी बेनती भगवान दे चरनां विच प्रवान नहीं हुंदी, उन्नी देर उसनूं पानी नसीब नहीं हुंदा। एक बूंद जल कारण चातरिक दुख पावै, प्राण गए सागर मिले फुनका मना आवै। जे उसका प्यास दे विच व्याकुल होया मन तड़फदा आ, तड़फदे दे उसके शरीर दे विचों प्राण निकल गए, तां प्राण निकलन ते बाद बेशक उसके शरीर नूं गंगा विच डोब दिओ, समुंदर विच डोब दिओ, मगर उहदे नाल उहदी आत्मा नूं शांति नहीं मिलनी, उहदी प्यास नहीं बुझनी। प्यास तां तदे ही बुझनी आ जे उहनूं जिउंदे नूं मिलदा पानी। ओह बाबीहा, बाबीहा है जिहड़ा ये बड़ा दुखी हुंदा, बड़ा दुखी हुंदा। मगर उसकी दुख की निवृत्ति गुरु के चरनां विच कीती हुई अरदास की मंजूरी नाल ही हुंदी है। बाबीहा सगली धरती जे फिरह। गुरु अमरदास जी, गुरु नानक पातशाह की तीसरी जोत बाणी विच फरमा रहे ने, बाबीहा सगली धरती जे फिरह ऊड़ चढ़ह आकाश। बाबीहा
ਬਾਬੀਹੇ ਦੀ ਤੁਲਨਾ ਉੱਥੇ ਗੁਰੂ ਮਹਾਰਾਜ ਨੇ ਦੇਵੀ ਦੇਵਤਿਆਂ ਦੇ ਪੁਜਾਰੀਆਂ ਨਾਲ ਕੀਤੀ, ਸ਼ੈਤਾਨ ਦੇ ਪੁਜਾਰੀਆਂ ਨਾਲ ਕੀਤੀ ਆ ਕਿ ਜਿਵੇਂ ਬਾਬੀਹਾ ਪਾਣੀ ਲਈ ਤੜਫਦਾ ਆ, ਤਿਵੇਂ ਕੋਈ ਇਨਸਾਨ, ਕੋਈ ਜੀਵ ਉਸ ਪ੍ਰਭੂ ਨੂੰ ਭੁਲਾ ਕੇ ਹੋਰ ਸ਼ਕਤੀਆਂ ਦੀ ਪੂਜਾ ਕਰਦਾ, ਉਸ ਸ਼ਕਤੀ ਤੋਂ ਸ਼ਕਤੀ ਹਾਸਲ ਕਰਕੇ ਉਹ ਬੇਸ਼ੱਕ ਆਕਾਸ਼ ਵਿੱਚ ਉੱਡਣ ਲੱਗ ਪਵੇ, ਭਰਮਣ ਕਰਨ ਲੱਗ ਪਵੇ। ਬਾਬੀਹਾ ਸਗਲੀ ਧਰਤੀ ਜੇ ਫਿਰਹਿ ਊੜ ਚੜ੍ਹੇ ਆਕਾਸ, ਸਤਿਗੁਰ ਮਿਲੈ ਜਲ ਪਾਈਐ ਚੂਕੈ ਭੂਖ ਪਿਆਸ। ਮਗਰ ਉਸ ਦੀ ਤ੍ਰਿਸ਼ਨਾ ਕਦੇ ਖਤਮ ਨਹੀਂ ਹੁੰਦੀ, ਉਸ ਦੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਜਿੰਨੀ ਦੇਰ ਉਹ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਨਹੀਂ ਧਰਦਾ, ਗੁਰੂ ਨਾਨਕ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਬੇਨਤੀ ਨਹੀਂ ਕਰਦਾ, ਹੇ ਗਰੀਬ ਨਵਾਜ, ਮੈਂ ਦੁਖੀ ਆ, ਮੈਂ ਪਿਆਸਾ ਆ, ਮੈਂ ਵਿਆਕੁਲ ਆ, ਮੈਨੂੰ ਬਖਸ਼ ਲੈ, ਮੈਨੂੰ ਬਖਸ਼ ਲੈ, ਮੈਨੂੰ ਬਖਸ਼ ਲੈ। ਜਦ ਗੁਰੂ ਦੇ ਦਰ ਤੇ ਆ ਕੇ ਇਸ ਤਰ੍ਹਾਂ ਉਹ ਬੇਨਤੀ ਕਰਦਾ, ਪੁਕਾਰ ਕਰਦਾ, ਤਾਂ ਗੁਰੂ ਬੜਾ ਦਿਆਲੂ ਕਿਰਪਾਲੂ ਆ। ਉਸ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਉਸ ਦੀ ਭੁੱਖ ਤੇ ਪਿਆਸ ਦੋਨੋਂ ਸ਼ਾਂਤ ਕਰ ਦਿੰਦਾ। ਇਹ ਜਿਹੜਾ ਜੀਵ ਆ, ਜਿੰਨੀ ਦੇਰ ਇਹ ਹੋਰ ਸ਼ਕਤੀਆਂ ਨੂੰ ਹਾਸਲ ਕਰਨ ਦੇ ਵਾਸਤੇ ਹੋਰ ਦੇਵੀ ਦੇਵਤਿਆਂ ਦੀ ਪੂਜਾ ਕਰਦਾ, ਉਨੀ ਦੇਰ ਇਹ ਭਟਕਦਾ ਰਹਿੰਦਾ, ਇਹਨੂੰ ਮੁਕਤੀ ਨਹੀਂ ਮਿਲਦੀ, ਇਹਨੂੰ ਸ਼ਾਂਤੀ ਨਹੀਂ ਮਿਲਦੀ, ਇਹਦੇ ਮਨ ਨੂੰ ਤ੍ਰਿਪਤੀ ਨਹੀਂ ਆਉਂਦੀ ਔਰ ਨਾ ਹੀ ਇਸ ਦੀ ਪਿਆਸ ਬੁਝਦੀ ਹੈ। ਇਸ ਕਰਕੇ ਗੁਰੂ ਪਿਆਰਿਓ, ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਬੇਨਤੀ ਕਰੋ। ਸੰਸਾਰ ਦੀਆਂ ਚੀਜ਼ਾਂ ਤਾਂ ਅਸੀਂ ਰੋਜ਼ ਮੰਗਦੇ ਹਾਂ, ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਮਕਾਨ ਮੰਗਦਾ, ਕੋਈ ਜ਼ਮੀਨ ਜਾਇਦਾਦ ਮੰਗਦਾ, ਕੋਈ ਕਹਿੰਦਾ ਮੈਂ ਬਾਹਰ ਨੂੰ ਚਲੇ ਜਾਵਾਂ, ਮੇਰਾ ਬੱਚਾ ਸੈੱਟ ਹੋ ਜਾਵੇ, ਲੇਕਿਨ ਨਾਮ ਦੀ ਦਾਤ ਮੰਗਣ ਵਾਲੇ ਬੜੇ ਥੋੜ੍ਹੇ ਆ। ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਨਾਮ ਦੀ ਦਾਤ ਮੰਗੋ, ਗੁਰੂ ਵਾਲੇ ਬਣੋ। ਇਸ ਕਰਕੇ ਗੁਰਮੁਖੋ ਸਿਮਰਨ ਕਰੋ, ਭਜਨ ਕਰੋ, ਬੰਦਗੀ ਕਰੋ, ਗੁਰੂ ਦੇ ਚਰਨਾਂ ਨਾਲ ਜੁੜ ਜਾਓ। ਧੰਨ ਗੁਰੂ ਨਾਨਕ, ਧੰਨ ਕਲਗੀਆਂ ਵਾਲੇ ਤੇਰੀ ਸਦਾਈ ਹੈ। ਨਮਸਕਾਰ ਪ੍ਰਭੂ।